Hello students, I'm Sangeet Sharma from English Zone Bathinda. Welcome back to my channel. ਅੱਜ ਦੀ ਵੀਡੀਓ ਅਸੀਂ ਸਟਾਰਟ ਕਰਦੇ ਹਾਂ ਜਿਸ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਦੇ ਟਾਸਕ 2 ਐਸੇਜ਼ ਨੇ ਜਿਹੜੇ ਕਿ ਆਇਲਸ ਦੇ ਐਗਜ਼ਾਮ ਦੇ ਵਿੱਚ ਆਉਂਦੇ ਨੇ। ਮੇਨਲੀ ਅਸੀਂ ਕਹਿ ਸਕਦੇ ਹਾਂ 5 ਟਾਈਪਸ ਦੇ ਐਸੇਜ਼ ਹੁੰਦੇ ਨੇ ਜਿਹੜੇ ਕਿ ਅਸੀਂ ਐਗਜ਼ਾਮ ਦੇ ਵਿੱਚ ਦੇਖ ਸਕਦੇ ਹਾਂ। ਫਸਟਲੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਓਪੀਨੀਅਨ ਐਸੇ ਹੋ ਗਏ, ਡਿਸਕਸ਼ਨ ਐਸੇ ਹੋ ਗਏ, ਪ੍ਰੋਬਲਮ ਸੋਲਿਊਸ਼ਨ ਐਸੇਜ਼ ਹੋ ਗਏ, ਨੈਕਸਟ ਐਡਵਾਂਟੇਜ ਡਿਸਐਡਵਾਂਟੇਜ ਐਸੇ ਹੋ ਗਏ ਐਂਡ ਲਾਸਟ ਵਨ ਡਬਲ ਕੁਐਸਚਨ ਐਸੇਜ਼। ਤਾਂ ਇਸ ਤਰ੍ਹਾਂ ਦੇ ਐਸੇਜ਼ ਨੇ ਜਿਹੜੇ ਇਸ ਟਾਈਪ ਦੇ ਐਸੇ ਨੇ ਜਿਹੜੇ ਅਸੀਂ ਐਗਜ਼ਾਮ ਦੇ ਵਿੱਚ ਦੇਖਦੇ ਹਾਂ ਅਤੇ ਇਹਨਾਂ ਨੂੰ ਅਟੈਂਪਟ ਕਰਨ ਦਾ ਵੇ ਵੀ ਅਲੱਗ ਹੀ ਹੁੰਦਾ। ਨੈਕਸਟ ਹੁਣ ਅਸੀਂ ਇਹਨਾਂ ਐਸੇਜ਼ ਨੂੰ 1 ਬਾਏ 1 ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਓਪੀਨੀਅਨ ਐਸੇਜ਼ ਫਸਟ ਓਪੀਨੀਅਨ ਐਸੇਜ਼ ਨੇ ਦੇਖੋ ਜਿਨ੍ਹਾਂ ਨੂੰ ਕਿ ਅਸੀਂ ਫਰੀਕੁਐਂਟਲੀ ਐਗਜ਼ਾਮ ਦੇ ਵਿੱਚ ਦੇਖਦੇ ਹਾਂ। ਇਹਨਾਂ ਦੀ ਵਰਡਿੰਗ ਜਿਹੜੀ ਐਗਜ਼ਾਮ ਦੇ ਵਿੱਚ ਕਿਸ ਤਰ੍ਹਾਂ ਇਹ ਆਉਂਦੇ ਨੇ ਐਗਜ਼ਾਮ ਦੇ ਵਿੱਚ ਤੁਹਾਨੂੰ ਦਿੱਤਾ ਹੁੰਦਾ ਡੂ ਯੂ ਐਗਰੀ ਔਰ ਡਿਸਐਗਰੀ, ਇਸ ਢੰਗ ਨਾਲ ਤੁਹਾਨੂੰ ਕੁਐਸਚਨ ਆ ਸਕਦਾ। ਨੈਕਸਟ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ, ਕਿਸ ਐਕਸਟੈਂਟ ਨਾਲ ਕਿਸ ਹੱਦ ਤੱਕ ਤੁਸੀਂ ਐਗਰੀ ਜਾਂ ਡਿਸਐਗਰੀ ਹੋ, ਇਸ ਅਕੋਰਡਿੰਗ ਤੁਹਾਨੂੰ ਕੁਐਸਚਨ ਆ ਸਕਦਾ। ਨੈਕਸਟ ਅਸੀਂ ਐਗਜ਼ਾਮਪਲ ਦੇਖਦੇ ਹਾਂ ਇਸ ਕੁਐਸਚਨ ਟਾਈਪ ਦੀ, ਜਿਸ ਤਰ੍ਹਾਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੋਈ ਹੈ ਰਿਚ ਕੰਟਰੀਜ਼ ਸ਼ੁੱਡ ਨਾਟ ਇੰਪਲੋਏ ਸਕਿਲਡ ਲੇਬਰ ਫਰੋਮ ਪੂਅਰ ਕੰਟਰੀਜ਼ ਐਜ਼ ਪੂਅਰ ਕੰਟਰੀਜ਼ ਨੀਡ ਦਾ ਵਰਕਰਸ ਮੋਰ। ਇਸ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਸਟੇਟਮੈਂਟ ਦਿੱਤੀ ਹੈ ਕਿ ਜਿਹੜੀ ਰਿਚ ਕੰਟਰੀਜ਼ ਨੇ ਉਹਨਾਂ ਨੂੰ ਪੂਅਰ ਕੰਟਰੀਜ਼ ਤੋਂ ਜਿਹੜੀ ਲੇਬਰ ਹੈ ਸਕਿਲਡ ਲੇਬਰ ਹੈ ਉਹਨਾਂ ਨੂੰ ਇੰਪਲੋਏ ਨਹੀਂ ਕਰਨਾ ਚਾਹੀਦਾ। ਐਜ਼ ਕੀ ਹੈ ਬਿਕੋਜ਼ ਕੀ ਆ ਜਿਹੜੀਆਂ ਪੂਅਰ ਕੰਟਰੀਜ਼ ਨੇ ਨੀਡ ਦਾ ਵਰਕਰਸ ਮੋਰ, ਕਿਉਂਕਿ ਉਹਨਾਂ ਨੂੰ ਆਲਰੇਡੀ ਵਰਕਰਸ ਦੀ ਲੋੜ ਹੁੰਦੀ ਹੈ। ਤਾਂ ਇਹ ਤੁਹਾਨੂੰ ਸਟੇਟਮੈਂਟ ਦਿੱਤੀ ਹੋਈ ਹੈ। ਨੈਕਸਟ ਤੁਹਾਨੂੰ ਨੀਚੇ ਕੁਐਸਚਨ ਪੁੱਛਿਆ ਗਿਆ ਡੂ ਯੂ ਐਗਰੀ ਔਰ ਡਿਸਐਗਰੀ, ਤਾਂ ਤੁਸੀਂ ਇਸ ਕੁਐਸਚਨ ਦੇ ਵਿੱਚ ਆਨਸਰ ਕਰਨਾ ਹੈ ਕਿ ਤੁਸੀਂ ਇਸ ਸਟੇਟਮੈਂਟ ਨਾਲ ਐਗਰੀ ਹੋ ਜਾਂ ਫਿਰ ਡਿਸਐਗਰੀ ਹੋ। ਇਸੇ ਤਰ੍ਹਾਂ ਅਸੀਂ ਨੈਕਸਟ ਦੇਖਦੇ ਹਾਂ ਤੁਹਾਨੂੰ ਹੋਰ ਕਿਸ ਤਰ੍ਹਾਂ ਦਾ ਕੁਐਸਚਨ ਐਗਜ਼ਾਮ ਦੇ ਵਿੱਚ ਆ ਸਕਦਾ। ਜਿਸ ਤਰ੍ਹਾਂ ਅਸੀਂ ਪਹਿਲਾਂ ਰੀਡ ਕੀਤਾ ਹੈ ਡੂ ਯੂ ਐਗਰੀ ਔਰ ਡਿਸਐਗਰੀ, ਇਸ ਤਰ੍ਹਾਂ ਦੀ ਸਟੇਟਮੈਂਟ ਆ ਸਕਦੀ ਤੁਹਾਨੂੰ ਕੁਐਸਚਨ ਦੀ। ਨੈਕਸਟ ਕੁਐਸਚਨ ਤੁਹਾਨੂੰ ਦਿੱਤਾ ਹੋਇਆ ਦ ਮਾਸ ਮੀਡੀਆ ਇਨਕਲੂਡਿੰਗ ਟੈਲੀਵਿਜ਼ਨ, ਰੇਡੀਓ ਐਂਡ ਨਿਊਜ਼ਪੇਪਰ ਹੈਵ ਗ੍ਰੇਟ ਇਨਫਲੂਐਂਸ ਇਨ ਸ਼ੇਪਿੰਗ ਪੀਪਲਸ ਆਈਡੀਆਜ਼। ਤਾਂ ਮਾਸ ਮੀਡੀਆ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਟੈਲੀਵਿਜ਼ਨ ਆਉਂਦਾ, ਰੇਡੀਓ ਆਉਂਦਾ ਐਂਡ ਨਿਊਜ਼ਪੇਪਰ ਆਉਂਦਾ, ਹੈਵ ਗ੍ਰੇਟ ਇਨਫਲੂਐਂਸ ਉਹਨਾਂ ਦਾ ਕਾਫੀ ਜ਼ਿਆਦਾ ਪ੍ਰਭਾਵ ਹੈ ਇਨ ਸ਼ੇਪਿੰਗ ਪੀਪਲਸ ਆਈਡੀਆਜ਼, ਪੀਪਲ ਦੇ ਜਿਹੜੇ ਆਈਡੀਆਜ਼ ਹੈ ਉਹਨਾਂ ਦੇ ਥਾਟਸ ਨੇ ਉਹਨਾਂ ਨੂੰ ਸ਼ੇਪ ਕਰਨ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਹੈ। ਤਾਂ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਵਿਦ ਦਿਸ ਸਟੇਟਮੈਂਟ, ਤਾਂ ਇਹ ਤੁਹਾਨੂੰ ਸਟੇਟਮੈਂਟ ਦਿੱਤੀ ਹੋਈ ਹੈ। ਹੁਣ ਤੁਸੀਂ ਇਹਦੇ ਵਿੱਚ ਦੱਸਣਾ ਹੈਗਾ ਵੀ ਤੁਸੀਂ ਇਸ ਸਟੇਟਮੈਂਟ ਨਾਲ ਕਿਸ ਹੱਦ ਤੱਕ ਅਗਰੀ ਜਾਂ ਫਿਰ ਡਿਸਐਗਰੀ ਹੋ। ਤਾਂ ਇਸ ਢੰਗ ਨਾਲ ਤੁਹਾਨੂੰ ਓਪੀਨੀਅਨ ਐਸੇ ਐਗਜ਼ਾਮ ਦੇ ਵਿੱਚ ਆ ਸਕਦੇ ਨੇ ਜਿਹਦੇ ਵਿੱਚ ਤੁਹਾਨੂੰ ਤੁਹਾਡਾ ਓਪੀਨੀਅਨ ਪੁੱਛਿਆ ਜਾਂਦਾ ਹੈ। ਟੂ ਵਟ ਐਕਸਟੈਂਟ ਵੀ ਲਿਖਿਆ ਆ ਸਕਦਾ ਐਂਡ ਡੂ ਯੂ ਅਗਰੀ ਔਰ ਡਿਸਐਗਰੀ ਵੀ ਲਿਖਿਆ ਆ ਸਕਦਾ। ਹੁਣ ਨੈਕਸਟ ਟਾਈਪ ਅਸੀਂ ਦੇਖਦੇ ਹਾਂ ਡਿਸਕਸ਼ਨ ਐਸੇਜ਼। ਡਿਸਕਸ਼ਨ ਐਸੇਜ਼ ਜਿਹੜੇ ਕਿ ਫਰੀਕੁਐਂਟਲੀ ਐਗਜ਼ਾਮ ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਜਿਸ ਤਰ੍ਹਾਂ ਕਿ ਐਗਰੀ ਡਿਸਐਗਰੀ ਐਸੇਜ਼ ਆਉਂਦੇ ਨੇ। ਇਹ ਵੀ 2 ਟਾਈਪਸ ਨਾਲ ਆ ਸਕਦੇ ਨੇ, 2 ਤਰੀਕਿਆਂ ਨਾਲ ਐਗਜ਼ਾਮ ਦੇ ਵਿੱਚ ਆ ਸਕਦੇ ਨੇ। ਜਿਸ ਤਰ੍ਹਾਂ ਫਸਟ ਤੁਹਾਨੂੰ ਦਿੱਤਾ ਹੋਇਆ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਪੀਨੀਅਨ, ਇਸ ਤਰ੍ਹਾਂ ਵੀ ਤੁਹਾਨੂੰ ਸਟੇਟਮੈਂਟ ਐਗਜ਼ਾਮ ਦੇ ਵਿੱਚ ਆ ਸਕਦੀ ਹੈ। ਐਂਡ ਨੈਕਸਟ ਡਿਸਕਸ ਬੋਥ ਸਾਈਡਸ ਆਫ ਦਾ ਆਰਗੂਮੈਂਟ ਐਂਡ ਗਿਵ ਯੂਅਰ ਓਪੀਨੀਅਨ, ਇਸ ਤਰੀਕੇ ਨਾਲ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਸਕਦਾ। ਤਾਂ ਇਹ ਐਸੇ ਇਸ ਤਰ੍ਹਾਂ ਦੇ ਹੁੰਦੇ ਨੇ, ਇਹਦੇ ਵਿੱਚ ਤੁਹਾਨੂੰ ਇੱਕ ਸਟੇਟਮੈਂਟ ਦਿੱਤੀ ਹੁੰਦੀ ਹੈ ਅਤੇ ਉਹਦੀਆਂ 2 ਸਾਈਡਸ ਦਿੱਤੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਡਿਸਕਸ ਕਰਨਾ ਹੁੰਦਾ। ਐਂਡ ਇਹਦੀ ਐਗਜ਼ਾਮਪਲਸ ਹੁਣ ਅਸੀਂ ਦੇਖਦੇ ਹਾਂ। ਹੁਣ ਅਸੀਂ ਇਹਦੀ ਐਗਜ਼ਾਮਪਲਸ ਦੇਖਦੇ ਹਾਂ। ਜਿਸ ਤਰ੍ਹਾਂ ਫਸਟ ਐਗਜ਼ਾਮਪਲ ਹੈ ਸਮ ਪੀਪਲ ਸੇ ਦੈਟ ਵਰਟੀਕਲ ਸਿਟੀ ਇਜ਼ ਬੈਸਟ ਵੇਅਰ ਪੀਪਲ ਲਿਵ ਐਂਡ ਵਰਕ ਇਨ ਟਾਲ ਬਿਲਡਿੰਗਸ। ਤਾਂ ਕੁਐਸਚਨ ਹੈ ਜੀ ਵੀ ਵਰਟੀਕਲ ਸਿਟੀਜ਼ ਨੇ ਜਿਹੜੀਆਂ ਉਹ ਬੈਸਟ ਨੇਗੀਆਂ ਜਿੱਥੇ ਕੀ ਹੈ ਲੋਕ ਵਰਕ ਕਰਦੇ ਨੇ, ਰਹਿੰਦੇ ਨੇ। ਵਰਟੀਕਲ ਸਿਟੀਜ਼ ਇਹਨਾਂ ਨੇ ਟਾਲ ਬਿਲਡਿੰਗਸ ਨੂੰ ਕਿਹਾ ਗਿਆ। ਅਦਰ ਸੇ ਦੈਟ ਹੌਰੀਜ਼ੈਂਟਲ ਸਿਟੀ ਇਜ਼ ਬੈਟਰ ਵੇਅਰ ਦੇਅਰ ਆਰ ਫਿਊ ਟਾਲ ਬਿਲਡਿੰਗਸ। ਤਾਂ ਦੂਸਰੀ ਸਾਈਡ ਕਿਹਾ ਜਾ ਰਿਹਾ ਵੀ ਜਿਹੜੀ ਹੌਰੀਜ਼ੋਨਟਲ ਸਿਟੀਜ਼ ਨੇ ਉਹ ਜ਼ਿਆਦਾ ਬੈਟਰ ਨੇ ਜਿੱਥੇ ਕੀ ਹੈ ਫਿਊ ਟਾਲ ਬਿਲਡਿੰਗਸ ਹੁੰਦੀਆਂ ਨੇ, ਟਾਲ ਬਿਲਡਿੰਗਸ ਘੱਟ ਹੁੰਦੀਆਂ ਨੇ, ਉਹ ਹੌਰੀਜ਼ੋਨਟਲ ਸਿਟੀ ਕਿਹਾ ਜਾਂਦਾ ਉਹਨਾਂ ਨੂੰ। ਡਿਸਕਸ ਬੋਥ ਸਾਈਡਸ ਐਂਡ ਗਿਵ ਯੂਅਰ ਓਪੀਨੀਅਨ, ਤਾਂ ਇੱਥੇ 2 ਸਾਈਡਸ ਦਿੱਤੀਆਂ ਹੋਈਆਂ ਨੇ। ਇੱਕ ਸਾਈਡ ਵਰਟੀਕਲ ਸਿਟੀਜ਼ ਬਾਰੇ ਗੱਲ ਹੋ ਰਹੀ ਹੈ ਅਤੇ ਦੂਸਰੀ ਸਾਈਡ ਹੌਰੀਜ਼ੋਨਟਲ ਸਿਟੀ ਬਾਰੇ ਗੱਲ ਹੋ ਰਹੀ ਆ। ਤਾਂ ਦੋਨੋਂ ਹੀ ਵਿਊਜ਼ ਨੂੰ ਡਿਸਕਸ ਕਰਨਾ ਅਤੇ ਓਪੀਨੀਅਨ ਦੇਣਾ ਤੁਸੀਂ। ਨੈਕਸਟ ਦੇਖਦੇ ਹਾਂ some people say that it is better to teach language students in small classes whereas others think the number of people does not matter। ਸਟੇਟਮੈਂਟ ਦੇ ਵਿੱਚ ਕਿਹਾ ਗਿਆ ਹੈ ਕਿ ਕੁਝ ਲੋਕ ਇਸ ਤਰ੍ਹਾਂ ਸੋਚਦੇ ਨੇ ਇਟ ਇਜ਼ ਬੈਟਰ ਟੂ ਟੀਚ ਲੈਂਗੁਏਜ ਸਟੂਡੈਂਟ ਇਨ ਸਮਾਲ ਕਲਾਸਿਸ, ਕਿ ਸਮਾਲ ਕਲਾਸਿਸ ਦੇ ਵਿੱਚ ਲੈਂਗੁਏਜ ਸਟੂਡੈਂਟਸ ਨੂੰ ਪੜ੍ਹਾਉਣਾ ਜ਼ਿਆਦਾ ਬੈਟਰ ਹੈ। ਵੇਅਰਐਜ਼ ਦੂਸਰੀ ਸਾਈਡ ਇਹ ਸੋਚਿਆ ਜਾਂਦਾ ਹੈ
that the number of people does not matter, कि number of people है ਜਿਹੜੇ ਉਹ matter ही नहीं करते। डिस्कस बोथ साइड्स ऑफ द आर्गूमेंट, इस आर्गूमेंट दी दोनों साइड्स ਨੂੰ डिस्कस करो एंड गिव योर ओन व्यू ਤੇ ਆਪਣਾ ओपीनियन ਦਿਓ। ਇੱਥੇ ਵੀ ਤੁਹਾਨੂੰ टू साइड्स ਦਿੱਤੀਆਂ ਗਈਆਂ ਨੇ। ਇੱਕ ਸਾਈਡ ਕਿਹਾ ਜਾ ਰਿਹਾ ਵੀ ਸਮਾਲ ਕਲਾਸਿਸ ਦੇ ਵਿੱਚ ਟੀਚ ਕਰਨਾ ਜ਼ਿਆਦਾ ਬੈਟਰ ਹੈ, ਦੂਸਰੀ ਸਾਈਡ ਕਿਹਾ ਜਾ ਰਿਹਾ ਵੀ ਨੰਬਰ ਆਫ ਪੀਪਲ ਹੈ ਜਿਹੜੇ ਮੈਟਰ ਨਹੀਂ ਕਰਦੇ। ਨੈਕਸਟ ਐਸੇ ਟਾਈਪ ਹੈ ਪ੍ਰੋਬਲਮ ਸੋਲਿਊਸ਼ਨ ਐਸੇਜ਼, ਜਿਨ੍ਹਾਂ ਨੂੰ ਅਸੀਂ ਐਗਜ਼ਾਮ ਦੇ ਵਿੱਚ ਦੇਖ ਸਕਦੇ ਹਾਂ। ਇਹ ਤੁਹਾਨੂੰ ਇਸ ਤਰੀਕੇ ਨਾਲ ਐਗਜ਼ਾਮਸ ਦੇ ਵਿੱਚ ਆ ਸਕਦੇ ਨੇ, ਜਿਸ ਤਰ੍ਹਾਂ ਤੁਹਾਨੂੰ ਲਿਖਿਆ ਆ ਸਕਦਾ ਹੈ ਵਟ ਆਰ ਦਾ ਪ੍ਰੋਬਲਮਸ ਐਂਡ ਸੋਲਿਊਸ਼ਨਸ। ਨੈਕਸਟ ਲਿਖਿਆ ਆ ਸਕਦਾ ਤੁਹਾਨੂੰ ਵਟ ਆਰ ਦਾ ਕਾਜ਼ਸ ਐਂਡ ਸੋਲਿਊਸ਼ਨਸ, ਕਾਜ਼ਸ ਐਂਡ ਸੋਲਿਊਸ਼ਨਸ ਕੀ ਨੇ, ਕਾਰਨ ਕੀ ਨੇ ਤੇ ਉਹਦੇ ਸੋਲਿਊਸ਼ਨ ਕੀ ਨੇ। ਤੁਹਾਨੂੰ ਸਿੰਗਲ ਇਕੱਲੇ ਸੋਲਿਊਸ਼ਨਸ ਵੀ ਪੁੱਛੇ ਜਾ ਸਕਦੇ ਨੇ, ਵਟ ਆਰ ਦਾ ਸੋਲਿਊਸ਼ਨਸ। ਐਂਡ ਨੈਕਸਟ ਤੁਹਾਨੂੰ ਕਾਜ਼ਸ ਵੀ ਪੁੱਛੇ ਜਾ ਸਕਦੇ ਨੇ ਸਿੰਗਲ, ਵਟ ਆਰ ਦਾ ਕਾਜ਼ਸ ਐਂਡ ਰੀਜ਼ਨਸ। ਐਂਡ ਲਾਸਟ ਵਟ ਆਰ ਦਾ ਫੈਕਟਸ, ਤੁਹਾਨੂੰ ਫੈਕਟਸ ਵੀ ਪੁੱਛੇ ਜਾ ਸਕਦੇ ਨੇ। ਤਾਂ ਇਸ ਤਰੀਕੇ ਨਾਲ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਦੀ ਸਟੇਟਮੈਂਟ ਹੈ ਜੋ ਆ ਸਕਦੀ ਹੈ। ਹੁਣ ਇਹਦੀ ਐਗਜ਼ਾਮਪਲਸ ਦੇਖਦੇ ਹਾਂ ਅਸੀਂ। ਜਿਸ ਤਰ੍ਹਾਂ ਫਸਟ ਐਗਜ਼ਾਮਪਲ ਹੈ, ਚਿਲਡਰਨ ਫਾਈਂਡ ਇਟ ਡਿਫਿਕਲਟ ਟੂ ਕੌਨਸਨਟਰੇਟ ਔਨ ਔਰ ਪੇ ਅਟੈਂਸ਼ਨ ਟੂ ਸਕੂਲ। ਤਾਂ ਪ੍ਰੋਬਲਮ ਦਿੱਤੀ ਹੋਈ ਹੈ ਇੱਕ ਵੀ ਜਿਹੜੇ ਚਿਲਡਰਨ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਡਿਫਿਕਲਟੀ ਆਉਂਦੀ ਹੈ ਸਕੂਲ ਦੇ ਵਿੱਚ ਕੀ ਹੈ ਕੰਸਨਟ੍ਰੇਸ਼ਨ ਦੇ ਵਿੱਚ, ਧਿਆਨ ਦੇਣ ਦੇ ਵਿੱਚ। ਸੋ ਵਟ ਆਰ ਦਾ ਰੀਜ਼ਨਸ ਐਂਡ ਹਾਊ ਕੈਨ ਵੀ ਸੋਲਵ ਦਿਸ ਪ੍ਰੋਬਲਮ। ਤਾਂ ਰੀਜ਼ਨਸ ਪੁੱਛੇ ਗਏ ਨੇ ਤੁਹਾਨੂੰ, ਕੌਜ਼ ਪੁੱਛੇ ਗਏ ਨੇ ਐਂਡ ਸੋਲਵ ਕਰਨ ਦੇ ਵੇਜ਼ ਪੁੱਛੇ ਗਏ ਨੇ, ਮੀਨਸ ਸੋਲਿਊਸ਼ਨ ਪੁੱਛੇ ਗਏ ਨੇ। ਤਾਂ ਇਸ ਤਰ੍ਹਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆ ਸਕਦਾ ਹੈ। ਨੈਕਸਟ ਐਗਜ਼ਾਮਪਲ ਦੇਖਦੇ ਹਾਂ। The natural resources such as oil, forests and fresh water are being consumed at an alarming rate। ਤਾਂ ਨੈਚੁਰਲ ਰਿਸੋਰਸਿਸ ਦੀ ਗੱਲ ਹੋ ਰਹੀ ਹੈ, ਜਿਸ ਤਰ੍ਹਾਂ ਆਇਲ ਹੋ ਗਿਆ, ਫੋਰੈਸਟ ਹੋ ਗਏ, ਫਰੈਸ਼ ਵਾਟਰ ਹੋ ਗਿਆ, ਤਾਂ ਇਹਨਾਂ ਨੂੰ ਕੰਜ਼ਿਊਮ ਕੀਤਾ ਜਾ ਰਿਹਾ ਅਲਾਰਮਿੰਗ ਰੇਟ ਤੇ, ਮੀਨਸ ਇਹ ਖਤਮ ਹੋ ਸਕਦੇ ਨੇ। ਵਟ ਪ੍ਰੋਬਲਮ ਡਜ਼ ਇਟ ਕਾਜ਼, ਤਾਂ ਕੀ ਪ੍ਰੋਬਲਮਸ ਇਹਦੇ ਨਾਲ ਹੋ ਸਕਦੀਆਂ ਨੇ ਐਂਡ ਹਾਊ ਕੈਨ ਵੀ ਸੋਲਵ ਥੀਸ ਪ੍ਰੋਬਲਮਸ, ਤੇ ਇਹਨਾਂ ਪ੍ਰੋਬਲਮਸ ਨੂੰ ਅਸੀਂ ਕਿਵੇਂ ਸੋਲਵ ਕਰ ਸਕਦੇ ਹਾਂ। ਤਾਂ ਇਹ ਤੁਹਾਡਾ ਟੌਪਿਕ ਹੋ ਗਿਆ ਪ੍ਰੋਬਲਮ ਤੇ ਸੋਲਿਊਸ਼ਨ ਵਾਲਾ ਹੋ ਗਿਆ ਐਸੇ। ਨੈਕਸਟ ਐਗਜ਼ਾਮਪਲ ਦੇਖਦੇ ਹਾਂ। ਮੋਰ ਐਂਡ ਮੋਰ ਪੀਪਲ ਡੂ ਔਨਲਾਈਨ ਸ਼ਾਪਿੰਗ। ਤਾਂ ਕਹਿ ਸਕਦੇ ਹਾਂ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਹੈ ਜਿਹੜੇ ਉਹ ਔਨਲਾਈਨ ਸ਼ਾਪਿੰਗ ਕਰ ਰਹੇ ਨੇ। ਵਾਈ ਇਜ਼ ਦਿਸ ਸਿਚੁਏਸ਼ਨ, ਇਹ ਇਸ ਤਰ੍ਹਾਂ ਦੀ ਸਿਚੁਏਸ਼ਨ ਕਿਉਂ ਹੈ, ਰੀਜ਼ਨ ਪੁੱਛੇ ਜਾ ਰਹੇ ਨੇ। ਵਟ ਆਰ ਦਾ ਇਫੈਕਟਸ ਆਫ ਔਨਲਾਈਨ ਸ਼ਾਪਿੰਗ ਔਨ ਸ਼ਾਪਸ ਐਂਡ ਕਮਿਊਨਿਟੀਜ਼। ਤਾਂ ਔਨਲਾਈਨ ਸ਼ਾਪਿੰਗ ਦੇ ਕੀ ਇਫੈਕਟ ਨੇ, ਇਫੈਕਟ ਮੀਨਸ ਕੀ ਪ੍ਰਭਾਵ ਨੇ ਸ਼ਾਪਸ ਤੇ ਕਮਿਊਨਿਟੀਜ਼ 'ਤੇ। ਤਾਂ ਇਹ ਵਾਲਾ ਤੁਹਾਡਾ ਟੌਪਿਕ ਹੋ ਗਿਆ ਜੀ, ਇਫੈਕਟਸ ਵਾਲਾ ਹੋ ਗਿਆ, ਮੀਨਸ ਇਹਦੇ ਵਿੱਚ ਕੌਜ਼ਸ ਤੇ ਇਫੈਕਟਸ ਪੁੱਛੇ ਗਏ ਨੇ। ਇਸੇ ਤਰ੍ਹਾਂ ਨੈਕਸਟ ਟਾਈਪ ਦੇਖਦੇ ਹਾਂ, ਐਡਵਾਂਟੇਜਸ ਐਂਡ ਡਿਸਐਡਵਾਂਟੇਜਸ। ਇਸ ਤਰ੍ਹਾਂ ਦੇ ਐਸੇ ਵੀ ਐਗਜ਼ਾਮ ਦੇ ਵਿੱਚ ਆ ਜਾਂਦੇ ਨੇ। ਇਹਨਾਂ ਦੀ ਸਟੇਟਮੈਂਟ ਕਿਸ ਤਰ੍ਹਾਂ ਹੁੰਦੀ ਹੈ, ਦੇਖੋ ਕਿਸ ਤਰ੍ਹਾਂ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਹੁੰਦਾ। ਫਸਟ ਤੁਹਾਨੂੰ ਇਸ ਤਰ੍ਹਾਂ ਵੀ ਲਿਖਿਆ ਆ ਸਕਦਾ ਹੈ ਲਾਈਕ ਵਟ ਆਰ ਦਾ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ। ਡਾਇਰੈਕਟਲੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਸਟੇਟਮੈਂਟ ਦਿੱਤੀ ਹੋਏਗੀ ਵੀ ਉਹਦੀ ਐਡਵਾਂਟੇਜਸ ਕੀ ਨੇ ਐਂਡ ਡਿਸਐਡਵਾਂਟੇਜਸ ਕੀ ਨੇ। ਸੈਕੰਡਲੀ ਤੁਹਾਨੂੰ ਲਿਖਿਆ ਆ ਸਕਦਾ ਹੈ, ਡੂ ਯੂ ਥਿੰਕ ਦਾ ਐਡਵਾਂਟੇਜਸ ਆਊਟਵੇ ਡਿਸਐਡਵਾਂਟੇਜਸ, ਕਿ ਤੁਹਾਨੂੰ ਲੱਗਦਾ ਜਿਹੜੀਆਂ ਐਡਵਾਂਟੇਜਸ ਨੇ ਉਹ ਆਊਟਵੇ ਕਰ ਰਹੀਆਂ ਨੇ ਡਿਸਐਡਵਾਂਟੇਜਸ ਨੂੰ, ਮਤਲਬ ਜਿਹੜੀਆਂ ਐਡਵਾਂਟੇਜਸ ਨੇ ਉਹ ਡਿਸਐਡਵਾਂਟੇਜ ਤੋਂ ਜ਼ਿਆਦਾ ਨੇ। ਇੱਦਾਂ ਵੀ ਸਟੇਟਮੈਂਟ ਤੁਹਾਨੂੰ ਲਿਖੀ ਆ ਸਕਦੀ ਹੈ। ਐਂਡ ਨੈਕਸਟ ਇਸ ਤਰ੍ਹਾਂ ਵੀ ਲਿਖਿਆ ਹੋ ਸਕਦਾ ਹੈ, ਡੂ ਯੂ ਥਿੰਕ ਦਾ ਐਡਵਾਂਟੇਜਸ ਆਰ ਮੋਰ ਦੈਨ ਡਿਸਐਡਵਾਂਟੇਜਸ, ਕਿ ਜਿਹੜੀਆਂ ਐਡਵਾਂਟੇਜਸ ਨੇ ਉਹ ਡਿਸਐਡਵਾਂਟੇਜਸ ਤੋਂ ਮੋਰ ਨੇ। ਇਸ ਤਰ੍ਹਾਂ ਵੀ ਸਟੇਟਮੈਂਟ ਤੁਹਾਨੂੰ ਐਗਜ਼ਾਮ ਦੇ ਵਿੱਚ ਲਿਖੀ ਆ ਸਕਦੀ ਹੈ। ਨੈਕਸਟ ਇੱਦਾਂ ਵੀ ਤੁਸੀਂ ਦੇਖ ਸਕਦੇ ਹੋ, ਡਿਸਕਸ ਦਾ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਐਂਡ ਗਿਵ ਯੂਅਰ ਓਪੀਨੀਅਨ। ਮੀਨਸ ਐਡਵਾਂਟੇਜ ਤੇ ਡਿਸਐਡਵਾਂਟੇਜ ਤੁਹਾਨੂੰ ਪੁੱਛੇ ਜਾ ਸਕਦੇ ਨੇ ਤੇ ਓਪੀਨੀਅਨ ਵੀ ਤੁਹਾਡਾ ਨਾਲ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਸੋ ਇਸ ਤਰ੍ਹਾਂ ਐਡਵਾਂਟੇਜ ਤੇ ਡਿਸਐਡਵਾਂਟੇਜ ਵਾਲੇ ਐਸੇ ਜਿਹੜੇ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਉਹਨਾਂ ਦੀ ਵਰਡਿੰਗ ਹੋ ਸਕਦੀ ਹੈ। ਹੁਣ ਇਹਦੀ ਐਗਜ਼ਾਮਪਲਸ ਦੇਖਦੇ ਹਾਂ। ਫਸਟ ਐਗਜ਼ਾਮਪਲ, ਮੈਨੀ ਪੀਪਲ ਲੀਵ ਦੇਅਰ ਕੰਟਰੀ ਟੂ ਵਰਕ ਅਬਰੋਡ ਐਂਡ ਟੇਕ ਦੇਅਰ ਫੈਮਲੀਜ਼ ਵਿਦ ਦੈਮ। ਬਹੁਤ ਸਾਰੇ ਲੋਕ ਨੇ ਜਿਹੜੇ ਆਪਣੀ ਕੰਟਰੀ ਨੂੰ ਲੀਵ ਕਰ ਦਿੰਦੇ ਨੇ ਅਬਰੋਡ ਦੇ ਵਿੱਚ ਜਾ ਕੇ ਕੰਮ ਕਰਨ ਲਈ, ਐਂਡ ਟੇਕ ਦੇਅਰ ਫੈਮਲੀ ਵਿਦ ਦੈਮ, ਤੇ ਆਪਣੀ ਫੈਮਲੀ ਨੂੰ ਵੀ ਨਾਲ ਲੈ ਜਾਂਦੇ ਨੇ। ਡੂ ਯੂ ਥਿੰਕ ਐਡਵਾਂਟੇਜਸ ਆਰ ਮੋਰ ਦੈਨ ਇਟਸ ਡਿਸਐਡਵਾਂਟੇਜਸ। ਨੈਕਸਟ ਲਿਖਿਆ, ਡੂ ਯੂ ਥਿੰਕ ਐਡਵਾਂਟੇਜਸ ਆਊਟਵੇ ਡਿਸਐਡਵਾਂਟੇਜਸ। ਆਊਟਵੇ ਐਂਡ ਮੋਰ ਦੈਨ ਸੇਮ ਹੀ ਹੈ, ਸੇਮ ਹੀ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਹੈ, ਵਰਡਿੰਗ ਚੇਂਜ ਹੈ, ਮੋਰ ਦੈਨ ਲਿਖਿਆ ਆ ਸਕਦਾ ਜਾਂ ਫਿਰ ਆਊਟਵੇ ਲਿਖਿਆ ਆ ਸਕਦਾ। ਤਾਂ ਸਟੇਟਮੈਂਟ ਤੁਹਾਨੂੰ ਦਿੱਤੀ ਹੋਈ ਹੈ ਜਿਸ ਤਰ੍ਹਾਂ ਕਿ ਵੀ ਲੋਕ ਨੇ ਜਿਹੜੇ ਉਹ ਅਬਰੋਡ ਦੇ ਵਿੱਚ ਜਾ ਕੇ ਕੰਮ ਕਰਦੇ ਨੇ, ਆਪਣੇ ਫੈਮਲੀਜ਼ ਨੂੰ ਵੀ ਉੱਥੇ ਜਾ ਕੇ ਲੈ ਜਾਂਦੇ ਨੇ, ਤਾਂ ਉਹਦੇ ਐਡਵਾਂਟੇਜ ਕੀ ਨੇ ਵੀ ਡਿਸਐਡਵਾਂਟੇਜ ਤੋਂ ਜ਼ਿਆਦਾ ਨੇ। ਇਹ ਤੁਹਾਡੇ ਤੋਂ ਕੁਐਸਚਨ ਪੁੱਛਿਆ ਗਿਆ, ਤੁਸੀਂ ਉਸ ਅਕੋਰਡਿੰਗ ਹੀ ਆਪਣੇ ਕੁਐਸਚਨ ਨੂੰ ਅਟੈਂਪਟ ਕਰੋਗੇ।
ਨੈਕਸਟ ਅਸੀਂ ਐਗਜ਼ਾਮਪਲ ਦੇਖਦੇ ਹਾਂ। ਸਮ ਸਿਟੀਜ਼ ਹੈਵ no control on the design construction of homes offices। ਤਾਂ ਸਮ ਸਿਟੀਜ਼ ਦੇ ਵਿੱਚ ਕੀ ਹੈ, ਕੋਈ ਕੰਟਰੋਲ ਨਹੀਂ ਹੈਗਾ, ਮਤਲਬ ਜਿਹੜੀ ਉੱਥੋਂ ਦਾ ਇਨਫਰਾਸਟਰਕਚਰ ਹੈ, ਲਾਈਕ ਡਿਜ਼ਾਈਨ ਹੋ ਗਿਆ, ਹਾਊਸਿਸ ਦੀ ਜਿਹੜੀ ਕੰਸਟਰਕਸ਼ਨ ਹੈ, ਆਫਿਸਿਸ ਦੀ ਜਿਹੜੀ ਕੰਸਟਰਕਸ਼ਨ ਹੈ, ਉਹਦੇ ਕੋਈ ਕੰਟਰੋਲ ਨਹੀਂ ਹੈਗਾ। ਸੋ ਵਟ ਆਰ ਦਾ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ। ਤਾਂ ਡਾਇਰੈਕਟਲੀ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਕਿ ਇਸ ਚੀਜ਼ ਦੇ ਐਡਵਾਂਟੇਜ ਕੀ ਨੇ ਐਂਡ ਡਿਸਐਡਵਾਂਟੇਜ ਕੀ ਨੇ। ਐਡਵਾਂਟੇਜ ਐਂਡ ਡਿਸਐਡਵਾਂਟੇਜ ਨੂੰ ਤੁਹਾਨੂੰ ਪ੍ਰੋਜ਼ ਐਂਡ ਕੋਨਸ ਵੀ ਲਿਖਿਆ ਹੋ ਸਕਦਾ, ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਇਹਦੇ ਪ੍ਰੋਜ਼ ਐਂਡ ਕੋਨਸ ਲਿਖਿਆ ਹੋ ਸਕਦਾ, ਮੈਰਿਟਸ ਐਂਡ ਡੀਮੈਰਿਟਸ ਲਿਖਿਆ ਹੋ ਸਕਦਾ, ਪੋਜ਼ੀਟਿਵ ਪੁਆਇੰਟਸ ਐਂਡ ਨੈਗੇਟਿਵ ਪੁਆਇੰਟਸ ਲਿਖਿਆ ਹੋ ਸਕਦਾ, ਐਂਡ ਬੈਨੀਫਿਟਸ ਐਂਡ ਡਰਾਬੈਕਸ ਵੀ ਲਿਖਿਆ ਹੋ ਸਕਦਾ। ਲਾਸਟ ਕੁਐਸਚਨ ਟਾਈਪ ਹੈ ਡਬਲ ਕੁਐਸਚਨਸ, ਡਬਲ ਕੁਐਸਚਨ ਐਸੇਜ਼, ਜਿਨ੍ਹਾਂ ਨੂੰ ਡਾਇਰੈਕਟ ਕੁਐਸਚਨ ਵੀ ਕਿਹਾ ਜਾਂਦਾ ਹੈ ਜਾਂ 2 ਕੁਐਸਚਨ ਐਸੇ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਤੁਹਾਨੂੰ ਡਾਇਰੈਕਟ ਕੁਐਸਚਨਸ ਪੁੱਛੇ ਹੋਣਗੇ, ਤੁਸੀਂ ਉਹਨਾਂ ਨੂੰ ਉਸ ਅਕੋਰਡਿੰਗ ਅਟੈਂਪਟ ਕਰਨਾ, ਉਸ ਅਕੋਰਡਿੰਗ ਆਨਸਰ ਕਰਨਾ। 2 ਕੁਐਸਚਨਸ ਐਸੇ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ 2 ਕੁਐਸਚਨਸ ਦਿੱਤੇ ਹੁੰਦੇ ਨੇ। 1 ਸਟੇਟਮੈਂਟ ਵਿਦ 2 ਡਿਫਰੈਂਟ ਕੁਐਸਚਨਸ, ਇਸ ਤਰ੍ਹਾਂ ਵੀ ਹੋ ਸਕਦਾ ਵੀ ਤੁਹਾਨੂੰ 1 ਸਟੇਟਮੈਂਟ ਦਿੱਤੀ ਹੋ ਸਕਦੀ ਹੈ ਅਤੇ ਅਲੱਗ-ਅਲੱਗ 2 ਕੁਐਸਚਨ ਪੁੱਛੇ ਜਾ ਸਕਦੇ ਨੇ। ਐਂਡ ਦਾ ਕੁਐਸਚਨ ਮੇ ਔਰ ਮੇ ਨਾਟ ਬੀ ਲਿੰਕਡ। ਤਾਂ ਕੁਐਸਚਨ ਜੋ ਤੁਹਾਨੂੰ ਸਟੇਟਮੈਂਟ ਦਿੱਤੀ ਹੋਈ ਹੈ, ਕਈ ਵਾਰ ਜੋ ਤੁਹਾਨੂੰ ਕੁਐਸਚਨਸ ਦਿੱਤੇ ਹੋਣਗੇ ਉਹਦੇ ਨੀਚੇ ਉਹ ਤੁਹਾਡੀ ਸਟੇਟਮੈਂਟ ਨਾਲ ਲਿੰਕਡ ਵੀ ਹੋ ਸਕਦੇ ਔਰ ਨਹੀਂ ਵੀ ਲਿੰਕ ਹੋ ਸਕਦੇ। ਨੈਕਸਟ ਦੀ ਐਗਜ਼ਾਮਪਲਸ ਦੇਖਦੇ ਹਾਂ ਹੁਣ ਅਸੀਂ, ਜਿਸ ਤਰ੍ਹਾਂ ਫਸਟ ਐਗਜ਼ਾਮਪਲ ਰੀਡ ਕਰਦੇ ਹਾਂ। ਮੋਸਟ ਕੰਟਰੀਜ਼ ਬਲੀਵ ਦੈਟ ਇੰਟਰਨੈਸ਼ਨਲ ਟੂਰਿਜ਼ਮ ਹੈਜ਼ ਹਾਰਮਫੁਲ ਇਫੈਕਟਸ। ਤਾਂ ਜਿਹੜੀਆਂ ਜ਼ਿਆਦਾਤਰ ਕੰਟਰੀਜ਼ ਨੇ ਉਹ ਬਲੀਵ ਕਰਦੀ ਵੀ ਇੰਟਰਨੈਸ਼ਨਲ ਟੂਰਿਜ਼ਮ ਦੇ ਬਹੁਤ ਜ਼ਿਆਦਾ ਕੀ ਨੇ, ਹਾਰਮਫੁਲ ਇਫੈਕਟਸ ਨੇ। ਵਾਈ ਡੂ ਦੇ ਥਿੰਕ ਸੋ, ਤਾਂ ਉਹ ਇਸ ਤਰ੍ਹਾਂ ਕਿਉਂ ਸੋਚਦੇ ਨੇ। ਐਂਡ ਹਾਊ ਟੂ ਚੇਂਜ ਦੇਅਰ ਵਿਊਜ਼, ਕਿਸ ਤਰ੍ਹਾਂ ਉਹਨਾਂ ਦੇ ਵਿਊਜ਼ ਆ ਜਿਹੜੇ ਚੇਂਜ ਹੋ ਸਕਦੇ ਨੇ। ਤਾਂ ਇਹ ਤੁਹਾਨੂੰ 2 ਕੁਐਸਚਨਸ ਦਿੱਤੇ ਹੋਏ ਨੇ, ਇਹ ਡਬਲ ਕੁਐਸਚਨ ਐਸੇ ਟਾਈਪ ਆ ਗਿਆ। ਇੱਕ ਸਟੇਟਮੈਂਟ ਹੈ ਅਤੇ ਉਹਦੇ 2 ਕੁਐਸਚਨ ਨੇ। ਇਸੇ ਤਰ੍ਹਾਂ ਨੈਕਸਟ ਦੇਖਦੇ ਹਾਂ। ਸਕਸੈਸ ਇਜ਼ ਆਫਨ ਮੈਜ਼ਰਡ ਬਾਈ ਵੈਲਥ ਐਂਡ ਮਟੀਰੀਅਲ ਪੋਜੈਸ਼ਨਸ। ਤਾਂ ਸਕਸੈਸ ਕਹਿੰਦੇ ਆਫਨ ਮੈਜ਼ਰ ਕੀਤੀ ਜਾਂਦੀ ਹੈ, ਵੀ ਉਹਨੂੰ ਆਪਾਂ ਮਾਪ ਸਕਦੇ ਹਾਂ ਵੀ ਕਿਸੇ ਕੋਲ ਕਿੰਨੀ ਵੈਲਥ ਹੈ ਜਾਂ ਫਿਰ ਕਿੰਨੀਆਂ ਉਹਦੇ ਕੋਲ ਮਟੀਰੀਅਲ ਪੋਜੈਸ਼ਨਸ ਨੇ। ਕੁਐਸਚਨ ਤੁਹਾਨੂੰ ਦਿੱਤੇ ਹੋਏ ਨੇ, ਡੂ ਯੂ ਥਿੰਕ ਵੈਲਥ ਇਜ਼ ਦਾ ਬੈਸਟ ਮੈਜ਼ਰ ਆਫ ਸਕਸੈਸ। ਵੀ ਤੁਹਾਨੂੰ ਲੱਗਦਾ ਜਿਹੜੀ ਵੈਲਥ ਹੈ ਉਹ ਇੱਕ ਬੈਸਟ ਮੈਜ਼ਰ ਹੈਗਾ ਸਕਸੈਸ ਨੂੰ ਮਾਪਣ ਦਾ। ਸੈਕਿੰਡ ਕੁਐਸਚਨ ਦਿੱਤਾ, ਵਟ ਮੇਕਸ ਅ ਸਕਸੈਸਫੁਲ ਪਰਸਨ। ਤਾਂ ਕਿਸ ਚੀਜ਼ ਨਾਲ ਕੋਈ ਪਰਸਨ ਹੈ ਜਿਹੜਾ ਉਹ ਸਕਸੈਸਫੁਲ ਹੋ ਸਕਦਾ। ਤਾਂ ਇਹ ਡਬਲ ਕੁਐਸਚਨ ਟਾਈਪਸ ਆ ਗਏ। ਇਹਨਾਂ ਦੇ ਵਿੱਚ ਤੁਹਾਨੂੰ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਅਤੇ ਉਹਨਾਂ ਦੇ ਰਿਲੇਟਡ ਕੁਐਸਚਨਸ ਦਿੱਤੇ ਹੋਏ ਨੇ। ਸੋ ਇਹ ਸਾਰੇ ਟਾਈਪਸ ਆਫ ਐਸੇਜ਼ ਨੇ ਜਿਹੜੇ ਕਿ ਐਗਜ਼ਾਮ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਅਤੇ ਇਹਨਾਂ ਨੂੰ ਅਟੈਂਪਟ ਕਰਨ ਦਾ ਵੇ ਵੀ ਡਿਫਰੈਂਟ ਹੈ, ਜਿਨ੍ਹਾਂ ਨੂੰ ਅਸੀਂ ਆਪਣੇ ਨੈਕਸਟ ਵੀਡੀਓਜ਼ ਦੇ ਵਿੱਚ ਦੇਖਾਂਗੇ। ਸੋ ਇਹ ਸੀ ਸਾਡੀ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਜਿਹੜੇ ਐਸੇਜ਼ ਨੇ, ਟਾਈਪਸ ਆਫ ਐਸੇਜ਼ ਨੇ ਜਿਹੜੇ ਐਗਜ਼ਾਮ ਦੇ ਵਿੱਚ ਅਸੀਂ ਦੇਖਦੇ ਹਾਂ, ਅਤੇ ਇਹਨਾਂ ਐਸੇਜ਼ ਨੂੰ ਅਟੈਂਪਟ ਕਰਨ ਦਾ ਵੇ ਵੀ ਡਿਫਰੈਂਟ ਹੈ। ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਕਿਸ ਐਸੇ ਨੂੰ ਅਸੀਂ ਕਿਸ ਢੰਗ ਨਾਲ ਅਟੈਂਪਟ ਕਰਨਾ ਹੈ, ਤਾਂ ਉਹਦੇ ਲਈ ਤੁਸੀਂ ਸਾਡੀ ਨੈਕਸਟ ਵੀਡੀਓ ਨੂੰ ਦੇਖਣਾ ਨਾ ਭੁੱਲਿਓ। ਅਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ, ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਸ਼ੇਅਰ। ਥੈਂਕ ਯੂ।